जय मसीह दी प्रेज लॉर्ड हालेलुया। मैं ਤੁਹਾਨੂੰ ਵੈਲਕਮ ਕਰਦੀ ਹਾਂ ਜਿੰਦਾ ਪਰਮੇਸ਼ਰ ਚੈਨਲ ਦੇ ਵਿੱਚ। ਜਦੋਂ ਵੀ ਤੁਸੀਂ YouTube ਤੇ ਚੈਨਲ ਦੇਖੋ ਤੇ ਪ੍ਰਭੂ ਯਿਸੂ ਦਾ ਧੰਨਵਾਦ ਕਰਨਾ। ਔਰ ਜੋ ਵਚਨ ਮੈਂ ਤੁਹਾਨੂੰ ਪੜਨ ਦਿਖਾਉਣ ਜਾ ਰਹੀ ਹਾਂ ਨਿਊ ਟੈਸਟਮਨੀ ਦੀ ਪੁਰਾਣੀ ਬੁੱਕ ਲਾਸਟ ਬੁੱਕ ਹੈ ਨਿਊ ਟੈਸਟਮਨੀ ਦੀ ਪ੍ਰਕਾਸ਼ ਦੀ ਪੋਥੀ ਵਿੱਚ 1 ਤੋਂ ਲੈ ਕੇ 12 ਵਰਸ ਤੱਕ ਮੈਂ ਪੜਾਂਗੀ ਔਰ ਤੁਸੀਂ ਉਹਨੂੰ ਧਿਆਨ ਨਾਲ ਪੜਨਾ। ਔਰ ਪ੍ਰਕਾਸ਼ ਦੀ ਪੋਥੀ ਲਾਸਟ ਬੁੱਕ ਹੈ ਨਿਊ ਟੈਸਟਮਨੀ ਦੀ। ਤੇ ਜਿੰਦਾ ਪਰਮੇਸ਼ਰ ਸਾਨੂੰ ਬਹੁਤ ਸਾਰੀਆਂ ਖੁਸ਼ੀਆਂ ਪ੍ਰਦਾਨ ਕਰਦਾ ਹੈ। ਅਸੀਂ ਉਸ ਖੁਸ਼ੀ ਦਾ ਬਿਆਨ ਨਹੀਂ ਕਰ ਸਕਦੇ ਜਿੰਨੀਆਂ ਪਰਮੇਸ਼ਰ ਸਾਨੂੰ ਖੁਸ਼ੀਆਂ ਬਲੈਸ ਕਰਦਾ। ਆਮੀਨ। ਅੱਜ ਜਦੋਂ ਮੈਂ ਪ੍ਰਾਰਥਨਾ ਕਰਨ ਸਵੇਰੇ ਬੈਠੀ ਸੀ ਤੇ ਪਰਮੇਸ਼ਰ ਦੇ ਵਚਨ ਮੈਂ ਸੁਣ ਰਹੀ ਸੀ ਕਿ ਪਰਮੇਸ਼ਰ ਕਹਿੰਦਾ ਹੈ ਕਿ ਬਹੁਤ ਸਾਰੇ ਓੜ ਭਾਗੀ ਹਨ ਜੋ ਪਰਮੇਸ਼ਰ ਦੇ ਵਿੱਚ ਹੀਨ ਹਨ। ਔਰ ਜੋ ਇਨਸਾਨ ਪਰਮੇਸ਼ਰ ਵਿੱਚ ਹੀਨ ਹੈ ਉਹ ਨੀਵਾਂ ਰਹੇਗਾ ਔਰ ਫਲ ਪੈਦਾ ਕਰੇਗਾ। ਔਰ ਜੋ ਇਨਸਾਨ ਆਕੜ ਦੇ ਵਿੱਚ ਖੜਾ ਰਹੇਗਾ, ਕੋਈ ਵੀ ਇਨਸਾਨ ਪੂਰੇ ਕੌਮ ਦੇ ਵਿੱਚ ਕੋਈ ਵੀ ਇਨਸਾਨ ਆਕੜ ਕੇ ਖੜਾ ਰਹੇਗਾ ਜਾਂ ਪ੍ਰਾਈਡ ਵਿੱਚ ਖੜਾ ਰਹੇਗਾ ਜਾਂ ਆਪਣੇ ਹੰਕਾਰ ਵਿੱਚ ਖੜਾ ਰਹੇਗਾ ਜਾਂ ਗੋਸਪ ਵਿੱਚ ਜਾਂ ਜੈਲਸ ਵਿੱਚ ਜਾਂ ਜਾਦੂ ਟੂਣਿਆਂ ਦੇ ਵਿੱਚ, ਉਹ ਥੋੜੇ ਚਿਰ ਲਈ ਹੁੰਦਾ ਹੈ। ਉਹ ਚੀਜ਼ਾਂ ਤੁਹਾਨੂੰ ਖੁਸ਼ ਤਾਂ ਕਰ ਸਕਦੀਆਂ ਨੇ ਕਿ ਅਸੀਂ ਕਿਸੇ ਨੂੰ ਬਰਬਾਦ ਕਰ ਰਹੇ ਹਾਂ, ਪਰ ਪਰਮੇਸ਼ਰ ਜਿੰਦਾ ਬਾਪ ਯਹੋਵਾ ਜਰੀ ਨਾਸਰੀ ਕਹਿੰਦਾ ਹੈ ਘਬਰਾਣਾ ਨਹੀਂ, ਮੈਂ ਤੁਹਾਨੂੰ ਐਂਡ ਤੋਂ ਲੈ ਕੇ ਹੁਣ ਤੱਕ ਤੁਹਾਡਾ ਹੱਥ ਪਕੜ ਰਿਹਾ ਹੈ ਔਰ ਹਮੇਸ਼ਾ ਲਈ ਜਦੋਂ ਤੱਕ ਤੁਸੀਂ ਇਸ ਸੰਸਾਰ 'ਚ ਤੁਹਾਡਾ ਹੱਥ ਮੈਂ ਨਹੀਂ ਛੱਡਾਂਗਾ। ਕਿਉਂਕਿ ਜੋ ਪਰਮੇਸ਼ਰ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਜਾਂ ਪਰਮੇਸ਼ਰ ਦੇ ਹੁਕਮ ਦੀ ਪਾਲਣਾ ਕਰਦੇ ਨੇ ਉਹ ਕਦੇ ਵੀ ਸ਼ਰਮਿੰਦਾ ਔਰ ਲੱਜਾਵਾਨ ਨਹੀਂ ਹੁੰਦੇ। ਕਿਉਂਕਿ ਪਰਮੇਸ਼ਰ ਸਾਨੂੰ ਉਹੋ ਜਿਹੀ ਜ਼ਿੰਦਗੀ ਦਿੰਦਾ ਹੈ ਕਿ ਜਿੰਦੇ ਵਿੱਚ ਅਸੀਂ ਖੁਸ਼ ਰਹੀਏ। ਔਰ ਸਾਡੇ ਕੋਲ ਜੇ ਟੈਂਪਟੇਸ਼ਨ ਆਉਂਦੇ ਹੈ ਤੇ ਸਾਨੂੰ ਇੰਤਜ਼ਾਰ ਉਸ ਚੀਜ਼ ਦਾ ਹੋਣਾ ਚਾਹੀਦਾ ਕਿ ਜੇ ਪਰਮੇਸ਼ਰ ਨੇ ਸਾਨੂੰ ਪਰਤਾਇਆ ਹੈ ਜਾਂ ਸਾਨੂੰ ਕੋਈ ਇਸ ਟਾਈਮ ਦੇ ਵਿੱਚ ਮੁਸ਼ਕਲ ਆ ਰਹੀ ਹੈ ਤੇ ਪਰਮੇਸ਼ਰ ਦੀ ਰਜ਼ਾ ਹੈ ਤੇ ਸਾਨੂੰ ਉਹਦੀ ਰਜ਼ਾ ਨੂੰ ਜਦੋਂ ਅਸੀਂ ਖੁਸ਼ ਹੁੰਦੇ ਹਾਂ ਉਦੋਂ ਆਨੰਦ ਮਾਣਦੇ। ਤੇ ਜਦੋਂ ਸਾਨੂੰ ਪਰਮੇਸ਼ਰ ਦੀ ਰਜ਼ਾ ਤੋਂ ਜਾਂ ਕੋਈ ਟੈਂਪਟੇਸ਼ਨ ਅਜਮਾਇਆ ਜਾਂਦਾ ਹੈ ਸਾਨੂੰ ਉਸ ਟਾਈਮ ਤੇ ਵੀ ਖੁਸ਼ ਰਹਿਣਾ ਚਾਹੀਦਾ ਹੈ ਕਿਉਂਕਿ ਸਾਨੂੰ ਪਤਾ ਨਹੀਂ ਉਸ ਦੁਖੀ ਟਾਈਮ ਤੋਂ ਬਾਅਦ ਸਾਡੀ ਕਿਹੜੀ ਵੱਡੀ ਬਲੈਸਿੰਗ ਆਏਗੀ। ਆਮੀਨ। ਸਾਨੂੰ ਹਮੇਸ਼ਾ ਨੀਵਾਂ ਰਹਿਣਾ ਹੈ ਔਰ ਖੁਸ਼ ਰਹਿਣਾ ਹੈ, ਪਰਮੇਸ਼ਰ ਦੇ ਵਿੱਚ ਅੱਗੇ ਵਧਣਾ ਹੈ, ਪਰਮੇਸ਼ਰ ਦੇ ਫਲਾਂ ਦਾ ਇੰਤਜ਼ਾਰ ਕਰਨਾ ਹੈ ਔਰ ਸਬਰ ਨਾਲ ਵੇਟ ਨਾਲ ਇੰਤਜ਼ਾਰ ਕਰਨਾ ਹੈ। ਕਿਉਂਕਿ ਜੇ ਪਰਮੇਸ਼ਰ ਨੇ ਸਾਨੂੰ ਦੁੱਖ ਤਕਲੀਫ ਦਿੱਤੀ ਹੈ ਤੇ ਉਹਦੇ ਪਿੱਛੇ ਸਾਡੀ ਬਰਕਤ ਵੀ ਆ ਰਹੀ ਹੈ। ਤੇ ਉਹ ਬਹੁਤ ਸਾਰੇ ਘੱਟ ਲੋਕ ਨੇ ਜਿਹੜੇ ਅਜਮਾਇਸ਼ ਵਿੱਚ ਆ ਜਾਂਦੇ ਹਨ। ਪ੍ਰਭੂ ਅਜਮਾਇਸ਼ ਵੀ ਉਹਨਾਂ ਨੂੰ ਹੀ ਦਿੰਦਾ ਹੈ ਜਿਨ੍ਹਾਂ ਨੂੰ ਪਰਮੇਸ਼ਰ ਪਿਆਰ ਕਰਦਾ ਹੈ। ਤੇ ਜੇ ਅਸੀਂ ਅਜਮਾਇਸ਼ ਵਿੱਚ ਅਜਮਾ ਕੇ ਪੱਕੇ ਨਿਕਲਾਂਗੇ, ਉਹਦੇ ਸੋਨੇ ਵਾਂਗੂ ਖਰੇ ਨਿਕਲਾਂਗੇ ਉਹਦੀ ਹਜ਼ੂਰੀ ਵਿੱਚ, ਉਹਦੀ ਨਿਗਾਹ 'ਚ, ਤੇ ਫਿਰ ਇਹਦਾ ਮਤਲਬ ਹੈ ਕਿ ਸਾਨੂੰ ਪਰਮੇਸ਼ਰ ਨੇ ਬੜੀ ਜ਼ਿਆਦਾ ਬਰਕਤ ਦਿੱਤੀ ਹੈ। ਇਨ ਜੀਸਸ ਨੇਮ ਆਮੀਨ। ਤੁਸੀਂ ਹਮੇਸ਼ਾ ਇਨਸਾਨ ਦੀ ਆਪਣੀ ਫਿਕਰਾਂ ਦੀਆਂ ਚਿੰਤਾ ਪਰਮੇਸ਼ਰ ਦੇ ਹੱਥ 'ਚ ਛੱਡ ਦਿਓ ਕਿਉਂਕਿ ਪਰਮੇਸ਼ਰ ਕਿਰਪਾਲੂ ਔਰ ਦਿਆਲੂ ਪਰਮੇਸ਼ਰ ਹੈ। ਉਹ ਤੁਹਾਨੂੰ ਕਦੀ ਸ਼ਰਮਿੰਦਾ ਔਰ ਲੱਜਾਵਾਨ ਨਹੀਂ ਹੋਣ ਦੇਣਗੇ। ਇਨ ਜੀਸਸ ਨੇਮ ਆਮੀਨ ਆਮੀਨ ਆਮੀਨ। ਤੁਸੀਂ ਹਮੇਸ਼ਾ ਪਰਮੇਸ਼ਰ ਦੇ ਵਚਨਾਂ ਦੇ ਵਿੱਚ ਸਟਰੋਂਗ ਔਰ ਮਜ਼ਬੂਤੀ ਨਾਲ ਖੜੇ ਰਹੋ ਔਰ ਇੰਤਜ਼ਾਰ ਕਰੋ ਕਿ ਸਾਨੂੰ ਪਤਾ ਨਹੀਂ ਕਿ ਕਿਹੜੀ ਚੀਜ਼ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਅੱਗਾਂ ਨੂੰ ਲੈ ਜਾਏ। ਆਮੀਨ। ਅਗਰ ਜੇ ਤੁਹਾਨੂੰ ਤੁਹਾਡੇ ਭੈਣ ਭਰਾ ਜਾਂ ਤੁਹਾਨੂੰ ਗੁਆਂਢੀ ਜਾਂ ਤੁਹਾਡੇ ਦੁਸ਼ਮਣ ਤੁਹਾਨੂੰ ਪਰੇਸ਼ਾਨ ਕਰਦੇ ਨੇ, ਬਦਲਾ ਲੈਣ ਦੀ ਕੋਸ਼ਿਸ਼ ਨਾ ਕਰੋ। ਪਰਮੇਸ਼ਰ ਕਹਿੰਦਾ ਸਬਰ ਨਾਲ ਮੇਰਾ ਇੰਤਜ਼ਾਰ ਕਰੋ, ਫਿਰ ਦੇਖੋ ਮੈਂ ਤੁਹਾਡਾ ਮੁਕੱਦਮਾ ਲੜਦਾ ਵਾਂ। ਆਮੀਨ। ਤੇ ਅੱਜ ਦੇ ਦਿਨ ਦੇ ਲਈ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦੀ ਕਿ ਅੱਜ ਪਿਆਰਾ ਦਿਨ ਮੰਡੇ ਹੈ, ਫਸਟ ਵੀਕ ਡੇ ਸਮਝ ਲਓ ਕਿ ਮੰਡੇ ਸ਼ੁਰੂਆਤ ਹੈ, ਫਸਟ ਡੇ ਵੇ ਅੱਜ। ਔਰ ਪਰਮੇਸ਼ਰ ਨੇ ਚਾਹਿਆ ਤੇ ਮੈਂ ਤੁਹਾਡੀ ਜ਼ਿੰਦਗੀ 'ਚ ਹੋਰ ਵਚਨਾਂ ਨੂੰ ਰਿਲੀਜ਼ ਕਰਾਂਗੀ। ਔਰ ਜੋ ਵਚਨਾਂ ਨੂੰ ਮੈਂ ਰਿਲੀਜ਼ ਕਰਦੀ ਹਾਂ ਉਹ ਮੈਂ ਆਪਣੇ ਖੁਦ ਦੇ ਵਚਨ ਨਹੀਂ ਹੁੰਦੇ, ਉਹ ਮੈਂ ਤੁਹਾਨੂੰ ਪ੍ਰਕਾਸ਼ ਦੀ ਪੋਥੀ 'ਚ ਵਚਨ ਰਿਲੀਜ਼ ਕਰਨ ਜਾ ਰਹੀ ਹਾਂ। ਤੇ ਤੁਸੀਂ ਯਾਦ ਰੱਖਣਾ ਕਿ ਪਰਮੇਸ਼ਰ ਕਿੰਨਾ ਦਿਆਲੂ ਔਰ ਕਿਰਪਾਲੂ ਹੈ। ਸਾਡੇ ਵਾਸਤੇ ਪਰਮੇਸ਼ਰ ਦਿਨ ਰਾਤ ਅੱਖਾਂ ਖੋਲ੍ਹ ਕੇ ਰੱਖਦੇ ਨੇ। ਜਿੱਦਾਂ ਕਿ 121 ਜ਼ਬੂਰ ਵਿੱਚ ਲਿਖਿਆ ਹੈ ਪਰਮੇਸ਼ਰ ਨਾ ਉਂਘਦਾ ਨਾ ਸੌਂਦਾ, ਉਹਨਾਂ ਦੀ ਅੱਖਾਂ ਦਿਨ ਰਾਤ ਸਾਡੇ ਉੱਪਰ ਲੱਗੀਆਂ ਹੋਈਆਂ ਨੇ। ਆਮੀਨ। ਅਗਰ ਤੁਹਾਨੂੰ ਕੋਈ ਪਰੇਸ਼ਾਨੀ ਜਾਂ ਤੁਹਾਨੂੰ ਕੋਈ ਤੰਗ ਕਰ ਰਿਹਾ ਜਾਂ ਤੁਹਾਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਸਬਰ ਨਾਲ ਪਰਮੇਸ਼ਰ ਦਾ ਇੰਤਜ਼ਾਰ ਕਰੋ ਤਾਂ ਕਿ ਪਰਮੇਸ਼ਰ ਤੁਹਾਡਾ ਮੁਕੱਦਮਾ ਲੜ ਸਕੇ। ਇਨ ਜੀਸਸ ਨੇਮ ਆਮੀਨ।
ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਇਹ ਯਿਸੂ ਮਸੀਹ ਦੀ ਪ੍ਰਕਾਸ਼ ਹੈ। ਪਰਮੇਸ਼ਰ ਨੇ ਯਿਸੂ ਨੂੰ ਇਹ ਗੱਲਾਂ ਦੱਸੀਆਂ ਤਾਂ ਜੋ ਉਹ ਆਪਣੇ ਸੇਵਕਾਂ ਨੂੰ ਇਹ ਦੱਸਾ ਸਕੇ ਕਿ ਜਲਦੀ ਹੀ ਕੀ ਵਾਪਰਨਾ ਚਾਹੀਦਾ ਹੈ। ਮਸੀਹ ਨੇ ਇਹ ਗੱਲਾਂ ਆਪਣੇ ਨੌਕਰ ਯਹੂਨਾ ਨੂੰ ਦੱਸਣ ਲਈ ਆਪਣੇ ਦੂਤ ਘੱਲੇ। ਆਮੀਨ। ਯਹੂਨਾ ਨੇ ਉਹ ਸਭ ਕੁਝ ਕਿਹਾ ਜੋ ਉਸਨੇ ਦੇਖਿਆ ਸੀ। ਇਹ ਉਹ ਸੱਚ ਹੈ ਜਿਹੜਾ ਯਿਸੂ ਮਸੀਹ ਨੇ ਉਸਨੂੰ ਦਿੱਤਾ। ਇਹ ਪਰਮੇਸ਼ਰ ਦਾ ਸੰਦੇਸ਼ ਹੈ। ਧੰਨ ਹਨ ਉਹ ਜਿਹੜੇ ਪਰਮੇਸ਼ਰ ਦੇ ਇਸ ਸੰਦੇਸ਼ ਦੇ ਸ਼ਬਦਾਂ ਨੂੰ ਸੰਗਤੀ ਨੂੰ ਪੜ੍ਹ ਕੇ ਸੁਣਾਉਂਦੇ ਹਨ। ਆਮੀਨ। ਅਤੇ ਧੰਨ ਹਨ ਉਹ ਜਿਹੜੇ ਸੁਣਦੇ ਹਨ ਅਤੇ ਅਮਲ ਕਰਦੇ ਹਨ ਜੋ ਇਸ ਵਿੱਚ ਲਿਖਿਆ ਹੋਇਆ ਹੈ। ਬਹੁਤ ਸਮਾਂ ਨਹੀਂ ਬਚਿਆ। ਯੋਨਾ ਵੱਲੋਂ ਯਸਾਇਆ ਦੇ ਸੂਬਿਆਂ ਵਿੱਚ 7 ਕਲੀਸਿਆਂ ਨੂੰ ਉਸ ਇੱਕ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਜੋ ਹਮੇਸ਼ਾ ਸੀ ਅਤੇ ਜੋ ਆ ਰਿਹਾ ਹੈ ਅਤੇ ਉਸ ਦੇ ਤਖਤ ਦੇ ਅੱਗੇ 7 ਆਤਮਾ ਵੱਲੋਂ ਅਤੇ ਯਿਸੂ ਮਸੀਹ ਵੱਲੋਂ। ਆਮੀਨ। ਯਿਸੂ ਇੱਕ ਵਫਾਦਾਰ ਗਵਾਹ ਹੈ। ਉਹ ਉਹਨਾਂ ਵਿੱਚੋਂ ਪਹਿਲੇ ਸੀ ਜਿਨ੍ਹਾਂ ਨੂੰ ਮੌਤ ਤੋਂ ਉਭਾਰਿਆ ਗਿਆ। ਯਿਸੂ ਧਰਤੀ ਦੇ ਸਾਰੇ ਰਾਜਿਆਂ ਦਾ ਸ਼ਾਸਤਰ ਹੈ। ਯਿਸੂ ਹੀ ਹੈ ਜਿਸ ਨੇ ਸਾਨੂੰ ਪਿਆਰ ਕੀਤਾ ਅਤੇ ਉਸ ਦੇ ਲਹੂ ਰਾਹ ਸਾਨੂੰ ਆਪਣੀ ਪਾਪਾਂ ਤੋਂ ਮੁਕਤੀ ਕੀਤਾ। ਆਮੀਨ। ਯਿਸੂ ਨੇ ਸਾਨੂੰ ਆਪਣੀ ਮਿਹਰ ਨਾਲ ਬਣਾਇਆ ਅਤੇ ਉਸ ਨੇ ਸਾਨੂੰ ਜਾਜਕ ਬਣਾਇਆ ਜਿਹੜਾ ਸਦਾ ਪਿਤਾ ਪਰਮੇਸ਼ਰ ਦੀ ਸੇਵਾ ਕਰਦੇ ਹਨ। ਆਮੀਨ। ਉੱਥੇ ਉਸਨੇ ਹਮੇਸ਼ਾ ਮਹਿਮਾ ਅਤੇ ਸ਼ਕਤੀ ਹੋ। ਆਮੀਨ। ਦੇਖੋ ਯਿਸੂ ਬਦਲਾਂ ਦੇ ਸੰਗ ਆ ਰਿਹਾ ਹੈ। ਹੋਰ ਕੋਈ ਵੀ ਉਸ ਨੂੰ ਦੇਖੇ ਉਹ ਵੀ ਵੇਖਣ ਜਿਨ੍ਹਾਂ ਨੇ ਉਸ ਨੂੰ ਛੇਕਿਆ ਸੀ। ਧਰਤੀ ਦੇ ਸਾਰੇ ਲੋਕ ਉਸ ਦੇ ਕਾਰਨ ਉੱਚੀ ਉੱਚੀ ਵਿਰਲਾਪ ਕਰਨ। ਜਿਹੇ ਹੀ ਵਾਪਰੇ। ਆਮੀਨ। ਪ੍ਰਭੂ ਪਰਮੇਸ਼ਰ ਆਖਦਾ ਹੈ, ਮੈਂ ਹੀ ਅਲਫ ਤੇ ਬੇਗ ਹਾਂ। ਮੈਂ ਹੀ ਉਹ ਹਾਂ ਜਿਹੜਾ ਹਮੇਸ਼ਾ ਸੀ ਅਤੇ ਜਿਹੜਾ ਆ ਰਿਹਾ ਹੈ। ਆਮੀਨ। ਮੈਂ ਸ਼ਕਤੀਸ਼ਾਲ ਹਾਂ। ਮੈਂ ਯਹੋਨਾ ਹਾਂ ਅਤੇ ਮੈਂ ਮਸੀਹ ਵਿੱਚ ਹਾਂ। ਮੈਂ ਤੁਹਾਡਾ ਭਰਾ ਹਾਂ ਅਤੇ ਮੈਂ ਇੱਕ ਯਿਸੂ ਵਿੱਚ ਹਾਂ ਅਤੇ ਇਹ ਸਾਰੀਆਂ ਗੱਲਾਂ ਸਾਂਝ ਕਰਦਾ ਹਾਂ। ਦੁੱਖ ਰਾਜ ਅਤੇ ਸਹੀ ਸ਼ਕਤੀ। ਮੈਂ ਆਤਮਾ ਤੇ ਟਾਪੂਆਂ ਉੱਤੇ ਸੀ ਕਿਉਂਕਿ ਮੈਂ ਪਰਮੇਸ਼ਰ ਦੇ ਸੰਦੇਸ਼ ਅਤੇ ਯਿਸੂ ਦੇ ਸੱਚ ਦੀ ਪ੍ਰਤੀ ਵਫਾਦਾਰ ਹਾਂ। ਪ੍ਰਭੂ ਦੇ ਦਿਨ ਆਤਮਾ ਨੇ ਮੇਰੇ ਉੱਤੇ ਇਖਤਿਆਰ ਕਰ ਲਿੱਤਾ। ਮੈਂ ਆਪਣੀ ਇੱਛਾ ਉੱਚੇ ਪਰਮੇਸ਼ਰ ਨੂੰ ਸੁਣਿਆ। ਇਹ ਆਵਾਜ਼ ਬਲਗੋ ਵੰਗੀ ਸੀ। ਆਵਾਜ਼ ਨੇ ਆਖਿਆ, ਇਹ ਸਾਰੀਆਂ ਗੱਲਾਂ ਜਿਹੜੀਆਂ ਤੂੰ ਵੇਖੀਆਂ ਹਨ ਉਹ ਸਾਰੀਆਂ ਇੱਕ ਕਿਤਾਬ ਵਿੱਚ ਲਿਖ ਅਤੇ ਉਹਨਾਂ ਨੂੰ 7 ਕਲੀਸਿਆਂ ਨੂੰ ਭੇਜ। ਸਮੂਰ, ਬਰੂਕ ਅਤੇ ਸਾਰੀਆਂ ਫਲਦਾਰ ਅਤੇ ਲਿਆਉਂਦੀਆਂ ਹਨ। ਮੈਂ ਮੁੜ ਕੇ ਦੇਖਿਆ ਕਿ ਮੇਰੇ ਨਾਲ ਕੌਣ ਗੱਲ ਕਰ ਰਿਹਾ ਹੈ। ਜਦ ਮੈਂ ਮੁੜਿਆ ਤੇ ਮੈਨੂੰ ਸੋਨੇ ਦੇ 7 ਸ਼ਮਾਦਾਰ ਦਿਖੇ। ਥੈਂਕ ਯੂ ਜੀਸਸ। ਹੁਣ ਤੁਸੀਂ ਇਹਨਾਂ ਵਚਨਾਂ ਨੂੰ ਆਪਣੀਆਂ ਅੱਖਾਂ ਨਾਲ ਵੀ ਪੜ੍ਹ ਸਕਦੇ ਹੋ। ਪਰਮੇਸ਼ਰ ਦੇ ਵਚਨ ਨੇ ਜਿਹੜੇ ਕਿ ਲਾਸਟ ਬੁੱਕ ਦੇ ਵਿੱਚ ਆਖਰੀ ਬੁੱਕ ਜਦੋਂ ਪਰਮੇਸ਼ਰ ਨੇ ਬਾਈਬਲ ਨੂੰ ਖਤਮ ਕੀਤਾ ਸੀ ਤੇ ਉਹਦੇ 'ਚ ਇਹ ਵਚਨ ਲਿਖੇ ਗਏ ਸੀ। ਅਗਰ ਤੁਹਾਨੂੰ ਕੋਈ ਵੀ ਦੁੱਖ ਤਕਲੀਫ ਹੈ ਜਾਂ ਤੁਸੀਂ ਬਿਮਾਰ ਹੋ ਜਾਂ ਤੁਹਾਡੇ ਕੋਲ ਕੋਈ ਦਰਦ ਹੈ ਜਾਂ ਵੀ ਕੋਈ ਘਟਨਾ ਹੈ ਜਾਂ ਤੁਹਾਡੇ ਕੋਲ ਬੱਚਿਆਂ ਦੀ ਪਰੇਸ਼ਾਨੀ ਜਾਂ ਫੈਮਿਲੀ ਦੀ ਜਾਂ ਹਸਬੈਂਡ ਦੀ ਜਾਂ ਭੈਣਾਂ ਭਰਾਵਾਂ ਦੀ ਜਾਂ ਤੁਹਾਡੇ ਨੇਬਰਾਂ ਦੀ ਜਾਂ ਕਿਸੇ ਇਨਸਾਨ ਦੀ ਪੂਰੇ ਕੌਮ 'ਚ ਕਿਸੇ ਚੀਜ਼ ਦੀ ਵੀ ਪਰੇਸ਼ਾਨੀ ਹੈ, ਘਬਰਾਵੋ ਨਾ। ਜੇ ਤੁਸੀਂ ਪਰਮੇਸ਼ਰ ਨੂੰ ਯਿਸੂ ਮਸੀਹ ਨੂੰ ਪੁਕਾਰੋਗੇ ਉਹ ਤੁਹਾਨੂੰ ਆਪਣਾ ਹੱਥ ਵਧਾ ਕੇ ਬਚਾ ਲਏਗਾ ਔਰ ਤੁਹਾਨੂੰ ਖਤਰੇ ਤੋਂ ਹਰ ਖਤਰਨਾਕ ਚੀਜ਼ਾਂ ਤੋਂ ਬਚਾਉਣਗੇ। ਆਮੀਨ। ਅਗਰ ਤੁਸੀਂ ਡਰ ਕੇ ਘਬਰਾਈ ਜਾਓਗੇ ਤੇ ਤੁਸੀਂ ਆਪਣੀ ਜ਼ਿੰਦਗੀ ਦਾ ਇੱਕ ਪਲ ਘਟਾਈ ਜਾਓਗੇ। ਅਗਰ ਤੁਸੀਂ ਖੁਸ਼ ਰਹੋਗੇ, ਸੁਖੀ ਰਹੋਗੇ ਔਰ ਪਰਮੇਸ਼ਰ ਦੇ ਵਚਨਾਂ 'ਤੇ ਚੱਲਦੇ ਰਹੋਗੇ ਤੇ ਪਰਮੇਸ਼ਰ ਤੁਹਾਡੀਆਂ ਆਉਣ ਵਾਲੀਆਂ ਮੁਸੀਬਤਾਂ ਨੂੰ, ਹੋਣ ਵਾਲੀਆਂ ਮੁਸੀਬਤਾਂ ਨੂੰ ਚੁੱਕ ਕੇ ਇੱਕ ਪੋਟਰੀ 'ਚ ਬਣ ਕੇ ਪਰੇ ਦੂਰ ਸੁੱਟ ਦੇਗਾ ਜਿੱਥੇ ਕੋਈ ਇਨਸਾਨ ਹੀ ਨਹੀਂ ਪਹੁੰਚ ਸਕਦਾ। ਇਨ ਜੀਸਸ ਨੇਮ ਆਮੇਨ।
ਅਗਰ ਤੁਸੀਂ ਕੋਈ ਚੀਜ਼ ਦੀ ਤੁਹਾਨੂੰ ਕਮੀ ਕਮਜ਼ੋਰੀ ਹੈ, ਤੁਸੀਂ ਫੀਲ ਕਰਦੇ ਹੋ ਮੈਂ ਆਪਣੇ ਆਪ ਨੂੰ ਨਹੀਂ ਬਚਾ ਸਕਦਾ, ਜਾਂ ਮੈਂ ਆਪਣੇ ਆਪ ਨੂੰ ਠੀਕ ਨਹੀਂ ਕਰ ਸਕਦਾ, ਜਾਂ ਮੈਂ ਪ੍ਰਭੂ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਸਕਦਾ, ਜੋ ਮਸੀਹ ਭੈਣ ਭਰਾ ਨੀਚੇ 'ਚ ਕਮਜ਼ੋਰ ਹੈ, ਤੇ ਪਰਮੇਸ਼ਰ ਨੇ ਕਿਹਾ ਮੱਤੀ ਦੀ ਇੰਜੀਲ 'ਚ ਮੇਰੇ ਕੋਲ ਮੰਗੋ, ਮੈਂ ਤੁਹਾਨੂੰ ਖੁੱਲੇ ਦਿਲ ਨਾਲ ਦਿਆਂਗਾ ਔਰ ਤੁਹਾਡੀ ਮਦਦ ਕਰਾਂਗਾ। ਇਨ ਜੀਸਸ ਨੇਮ ਆਮੇਨ। ਤੁਸੀਂ ਆਪਣੇ ਆਪ ਨੂੰ ਨਹੀਂ ਬਦਲ ਸਕਦੇ, ਕਿਉਂਕਿ ਜਦੋਂ 2012 'ਚ ਮੇਰੀ ਮਦਰ ਇੰਡੀਆ ਪਾਸ ਅਵੇ ਹੋਈ ਸੀ ਤੇ ਮੈਂ ਆਪਣੇ ਆਪ ਨੂੰ ਨਹੀਂ ਬਦਲ ਸਕਦੀ ਸੀ, ਪਰ ਪਰਮੇਸ਼ਰ ਨੂੰ ਕੋਲੋਂ ਮੰਗਣ ਦੇ ਨਾਲ ਉਹਨਾਂ ਨੇ ਮੇਰੀ ਜ਼ਿੰਦਗੀ ਨੂੰ ਬਦਲਿਆ। ਇਸ ਤਰ੍ਹਾਂ ਹੀ ਜੋ ਮੈਂ ਇਨਸਾਨ ਦੀ ਜ਼ਿੰਦਗੀ ਨੂੰ ਨਹੀਂ ਬਦਲ ਸਕਦੀ, ਜੋ ਪਰਮੇਸ਼ਰ ਤੁਹਾਡੀਆਂ ਜ਼ਿੰਦਗੀਆਂ ਨੂੰ ਬਦਲ ਸਕਦਾ ਹੈ। ਪਰ ਇਹ ਤਾਂ ਹੀ ਹੋਏਗਾ ਅਗਰ ਤੁਸੀਂ ਆਪਣੇ ਮੂੰਹ ਦੇ ਨਾਲ ਇਕਰਾਰ ਕਰੋ, ਆਪਣੇ ਮੂੰਹ ਦੇ ਨਾਲ ਪਿਤਾ ਨੂੰ ਪੁਕਾਰੋ ਕਿ ਪਰਮੇਸ਼ਰ ਸਾਡੀ ਮਦਦ ਕਰੋ, ਸਾਡੀ ਜ਼ਿੰਦਗੀ ਵਿੱਚ ਨਹੇਰਿਆਂ ਤੋਂ ਛੁਟਕਾਰਾ ਦਿਓ, ਸਾਨੂੰ ਬੁੱਤ ਪ੍ਰਸਤੀਆਂ ਤੋਂ ਛੁਟਕਾਰਾ ਦਿਓ, ਸਾਨੂੰ ਜਾਦੂ ਟੂਣਿਆਂ ਤੋਂ ਛੁਟਕਾਰਾ ਦਿਓ, ਸਾਨੂੰ ਝੂਠ ਹੰਕਾਰ ਤੋਂ ਛੁਟਕਾਰਾ ਦਿਓ। ਅਸੀਂ ਤੁਹਾਡੇ ਹੁਕਮ ਦੀ ਪਾਲਣਾ ਕਰਨਾ ਚਾਹੁੰਦੇ ਹਾਂ, ਅਸੀਂ ਤੁਹਾਡੀ ਹਜ਼ੂਰੀ ਵਿੱਚ ਆਨੰਦ ਮਾਣਨਾ ਚਾਹੁੰਦੇ ਹਾਂ। ਅਸੀਂ ਵੀ ਜੋ ਮਸੀਹ ਭੈਣ ਭਰਾ ਨੇ ਖੁਸ਼ੀ ਵਿੱਚ ਨੇ, ਅਸੀਂ ਉਹਨਾਂ ਵਾਂਗੂ ਆਨੰਦ ਮਾਣਨਾ ਚਾਹੁੰਦੇ ਹਾਂ। ਇਨ ਜੀਸਸ ਨੇਮ ਆਮੀਨ। ਔਰ ਤੁਹਾਨੂੰ ਇੱਕ ਚੀਜ਼ ਮੈਂ ਸਾਫ਼ ਤੇ ਕਲੀਅਰ ਕਰ ਦਿਆਂ, ਮਸੀਹ ਭੈਣਾਂ ਭਰਾਵਾਂ ਦੀਆਂ ਜ਼ਿੰਦਗੀਆਂ 'ਚ ਵੀ ਬਹੁਤ ਕਠਿਨ ਆਉਂਦੇ ਹੈ, ਪਰ ਉਹਨਾਂ ਕੋਲ ਉਹ ਕਠਿਨ ਪ੍ਰੋਬਲਮ ਰਹਿੰਦੇ ਨਹੀਂ ਹੈਗੇ, ਕਿਉਂਕਿ ਜਿੰਨੇ ਵੀ ਮਸੀਹ ਭੈਣ ਭਰਾ ਨੇ ਜੋ ਵਿਸ਼ਵਾਸ ਵਿੱਚ ਜੀਂਦੇ ਨੇ, ਜਿਨ੍ਹਾਂ ਨੇ ਪਰਮੇਸ਼ਰ ਦੇ ਪੱਲੇ ਨੂੰ ਕੁੱਟ ਕੇ ਪਕੜਿਆ ਹੋਇਆ ਹੈ, ਉਹਨਾਂ ਨੂੰ ਕਦੀ ਵੀ ਕੋਈ ਮੁਸੀਬਤ, ਕੋਈ ਵੀ ਤਕਲੀਫ ਹਰਾ ਨਹੀਂ ਸਕਦੀ, ਕਿਉਂਕਿ ਉਹਨਾਂ ਦੇ ਨਾਲ ਯਿਸੂ ਮਸੀਹ ਨੇ ਆਪਣਾ ਹੱਥ ਵਧਾ ਕੇ ਉਹਨਾਂ ਦੇ ਉੱਤੇ ਰੱਖਿਆ ਹੋਇਆ ਹੈ, ਤਾਂ ਕਿ ਅਗਰ ਉਹਨਾਂ ਦੇ ਕੋਲ ਕੋਈ ਮੁਸੀਬਤ ਜਾਂ ਟਰਬਲ ਆ ਜਾਂਦੀ, ਜਾਂ ਉਹਨਾਂ ਦੇ ਪਰਿਵਾਰ 'ਚ ਆ ਜਾਂਦੀ, ਜਾਂ ਉਹਨਾਂ ਦੇ ਭੈਣਾਂ ਭਰਾਵਾਂ 'ਚ ਆ ਜਾਂਦੀ, ਜਾਂ ਉਹਨਾਂ ਦੇ ਬੱਚਿਆਂ 'ਚ ਆ ਜਾਂਦੀ, ਜਾਂ ਬੱਚਿਆਂ ਦੇ ਬੱਚਿਆਂ 'ਚ ਵੀ ਆ ਜਾਂਦੀ ਨਾ, ਪਰਮੇਸ਼ਰ ਉਸ ਚੁਟਕੀ ਵਾਰ ਇੱਕ ਚੁਟਕੀ ਦੇ ਨਾਲ ਹੀ ਉਸ ਚੀਜ਼ ਨੂੰ ਗਾਇਬ ਕਰ ਦਿੰਦਾ ਹੈ। ਇਨ ਜੀਸਸ ਨੇਮ ਆਮੀਨ। ਤੁਸੀਂ ਹਮੇਸ਼ਾ ਆਨੰਦ ਮਾਣੋ ਔਰ ਪਰਮੇਸ਼ਰ ਦੀ ਜ਼ਿੰਦਗੀ ਵਿੱਚ ਆਓ, ਤਾਂ ਕਿ ਤੁਹਾਡੀ ਜ਼ਿੰਦਗੀ ਵਿੱਚ ਪਰਮੇਸ਼ਰ ਆਵੇ। ਨਹੇਰਿਆਂ ਨੂੰ ਤਿਆਗ ਦਿਓ, ਲੈਟ ਨੂੰ ਰਿਸੀਵ ਕਰੋ। ਇਨ ਜੀਸਸ ਨੇਮ ਆਮੀਨ। ਹੁਣ ਮੈਂ ਪ੍ਰਾਰਥਨਾ ਕਰਦੀ ਹਾਂ ਤਾਂ ਪ੍ਰਭੂ ਦਾ ਧੰਨਵਾਦ ਕਰਦੀ ਹਾਂ। ਹੇ ਪਰਮੇਸ਼ਰ ਧੰਨਵਾਦ ਹੋ, ਤੁਹਾਡਾ ਸ਼ੁਕਰਗੁਜ਼ਾਰ ਹੋ। ਪਿਆਰੇ ਪਿਤਾ ਪਰਮੇਸ਼ਰ, ਜੋ ਵੀ ਲੋਕ ਇਹ ਵੀਡੀਓ ਦੇਖਣ ਪੰਜਾਬੀ ਟੈਸਟਮਨੀ 'ਚ, ਪਿਤਾ ਜੀ ਉਹਨਾਂ ਦੇ ਘਰਾਂ 'ਚ, ਉਹਨਾਂ ਦੀਆਂ ਜ਼ਿੰਦਗੀਆਂ 'ਚ ਮੈਂ ਤੇਰੀ ਪੀਸ ਤੇਰੀ ਲੈਟਰ ਰਿਲੀਜ਼ ਕਰਦੀ ਹਾਂ। ਇਨ ਜੀਸਸ ਨੇਮ ਆਮੇਨ। ਪਿਤਾ ਜੀ ਉਹਨਾਂ ਦੇ ਜੋ ਇਨਸਾਨ ਹੈ ਵੀਡੀਓ ਦੇਖਣ, ਉਹਨਾਂ ਨੂੰ, ਉਹਨਾਂ ਦੇ ਦੁਸ਼ਮਣਾਂ ਨੂੰ, ਉਹਨਾਂ ਦੇ ਦੁਸ਼ਮਣਾਂ ਦੇ ਦੁਸ਼ਮਣਾਂ ਨੂੰ, ਉਹਨਾਂ ਦੀਆਂ ਜ਼ਿੰਦਗੀਆਂ 'ਚ ਜੋ ਵੀ ਹਿਊਮਨ ਸਪਿਰਿਟ, ਉਹਨਾਂ ਨੂੰ ਪਿਤਾ ਜੀ ਪ੍ਰੋਟੈਕਸ਼ਨ ਦੇਣਾ। ਇਨ ਜੀਸਸ ਨੇਮ ਆਮੇਨ। ਉਹਨਾਂ ਦੇ ਦੁਸ਼ਮਣਾਂ ਨੂੰ, ਉਹਨਾਂ ਦੇ ਘਰਾਂ 'ਚ ਪਿਤਾ ਜੀ ਤੇਰੀ ਪੀਸ, ਤੇਰੀ ਸ਼ਾਂਤੀ ਰਿਲੀਜ਼ ਕਰਦੀਆਂ। ਇਨ ਜੀਸਸ ਨੇਮ ਆਮੇਨ। ਫਾਦਰ ਜੀ, ਜੋ ਇਨਸਾਨ ਦੂਸਰਿਆਂ ਦਾ ਬੁਰਾ ਕਰਦਾ ਹੈ, ਉਹਨਾਂ ਦੀਆਂ ਜ਼ਿੰਦਗੀਆਂ ਨੂੰ, ਉਹਨਾਂ ਦੇ ਦਿਲ ਦਿਮਾਗ ਨੂੰ, ਉਹਨਾਂ ਦੀ ਸੋਚ ਨੂੰ ਜਿੰਦਾ ਬਾਪ ਯਹੋਵਾ ਦੇ ਪਵਿੱਤਰ ਪਾਕ ਲਹੂ 'ਚ ਪਵਿੱਤਰ ਖੂਨਾਂ ਤੋਂ ਕੇ ਕਲੀਂਸ ਕਰਦੀਆਂ। ਇਨ ਜੀਸਸ ਨੇਮ ਆਮੇਨ। ਕਿਉਂਕਿ ਪਿਆਰੇ ਪਿਤਾ ਪਰਮੇਸ਼ਰ, ਤੁਸੀਂ ਵਾਅਦਾ ਕੀਤਾ ਕਿ ਜੋ ਕੁਛ ਅਸੀਂ ਧਰਤੀ ਤੇ ਬੰਨ੍ਹਨੇ ਆ, ਤੁਸੀਂ ਆਕਾਸ਼ ਦੀਆਂ ਖਿੜਕੀਆਂ ਖੋਲ ਕੇ ਬੰਨ੍ਹਦੇ ਹੋ। ਜੋ ਕੁਛ ਅਸੀਂ ਧਰਤੀ ਤੇ ਖੋਲ੍ਹਣੇ ਆ, ਤੁਸੀਂ ਆਕਾਸ਼ ਦੀਆਂ ਖਿੜਕੀਆਂ ਖੋਲ ਦਿੰਦੇ ਹੋ। ਆਮੀਨ। ਔਰ ਪਿਆਰੇ ਪਿਤਾ ਜੀ, ਮੈਂ ਬੈਡ ਸਪਿਰਿਟ ਨੂੰ, ਐਂਗਰ ਦੀ ਸਪਿਰਿਟ ਨੂੰ, ਜਿੱਦ ਦੀ ਸਪਿਰਿਟ ਨੂੰ, ਹੰਕਾਰ ਦੀ ਬਦਰੂ ਨੂੰ, ਨਹੇਰੇ ਦੀ ਬਦਰੂ ਨੂੰ, ਡਿਮੋਨਿਕ ਸਪਿਰਿਟ ਨੂੰ, ਬ੍ਰੇਨ ਵਾਸ਼ ਦੀ ਸਪਿਰਿਟ ਨੂੰ, ਸਾਰੀ ਡਿਮੋਨਿਕ ਸਪਿਰਿਟ, ਯਿਸੂ ਮਸੀਹ ਦੀ ਬਿਮਾਰੀ ਦੀ ਸਪਿਰਿਟ ਨੂੰ ਜੀਵਤ ਪਰਮੇਸ਼ਰ ਯਿਸੂ ਮਸੀਹ ਦੇ ਨਾਂ ਤੇ ਧਰਤੀ ਤੇ ਬੰਨ੍ਹ ਦੇਣੀ ਆ। ਇਨ ਜੀਸਸ ਨੇਮ ਆਮੇਨ। ਔਰ ਜੋ ਇਨਸਾਨ ਇਹਨਾਂ ਚੀਜ਼ਾਂ 'ਚ ਝਗੜੇ ਹੋਏ ਆ, ਉਹਨਾਂ ਨੂੰ, ਉਹਨਾਂ ਦੇ ਦਿਲ ਦਿਮਾਗ, ਉਹਨਾਂ ਦੇ ਸੋਚ ਨੂੰ ਜੀਵਤ ਪਰਮੇਸ਼ਰ ਪਵਿੱਤਰ ਪਾਕ ਲਹੂ 'ਚ ਖੂਨਾਂ ਧੋ ਕੇ ਕਲੀਂਸ ਕਰਦੀਆਂ। ਇਨ ਜੀਸਸ ਨੇਮ ਆਮੇਨ। ਸਾਰੀ ਪ੍ਰਾਰਥਨਾ ਯਿਸੂ ਮਸੀਹ ਦੇ ਨਾਂ 'ਚ ਮੰਗਦੀਆਂ। ਆਮੀਨ। ਔਰ ਪੂਰੇ ਕੌਮ 'ਚ ਜੋ ਨਸ਼ਿਆਂ 'ਚ ਡਿਕਟਰ ਨੇ ਜੰਗ ਬੱਚੇ, ਲਾਸਟ 'ਚ ਡਿਕਟਰ ਨੇ ਜੰਗ ਬੱਚੇ, ਪਿਤਾ ਜੀ ਡਿਮੋਨਿਕ ਸਪਿਰਿਟ ਨੂੰ ਯਿਸੂ ਮਸੀਹ ਦੇ ਨਾਂ ਦੇ ਵਿੱਚ ਧਰਤੀ ਤੇ ਬੰਨ੍ਹ ਦੇਣੀਆਂ। ਇਨ ਜੀਸਸ ਨੇਮ ਆਮੇਨ। ਪਿਆਰੇ ਪਿਤਾ ਪਰਮੇਸ਼ਰ, ਉਹਨਾਂ ਦੀ ਜ਼ਿੰਦਗੀ ਵਿੱਚ ਆਪਣੀ ਪੀਸ, ਆਪਣੀ ਲੈਟ ਰਿਲੀਜ਼ ਕਰੋ। ਉਹਨਾਂ ਦੇ ਦਿਲ ਦੀਆਂ ਅੱਖਾਂ ਨੂੰ ਖੋਲੋ, ਉਹਨਾਂ ਨੂੰ ਰੋਸ਼ਨੀ ਔਰ ਸੱਚਾਈ ਦੀ ਰਾਹ ਦਿਖਾਓ। ਇਨ ਜੀਸਸ ਨੇਮ ਆਮੇਨ। ਪੂਰੇ ਕੌਮ 'ਚ ਪਿਤਾ ਤੇਰੀ ਪੀਸ ਤੇਰੀ ਸ਼ਾਂਤੀ ਰਿਲੀਜ਼ ਕਰਦੀਆਂ। ਆਮੀਨ। ਫਾਦਰ, ਜਦੋਂ ਮੈਂ ਕੱਲ੍ਹ 2 ਵਜੇ ਜ਼ੂਮ ਮੀਟਿੰਗ ਤੇ ਪਾਰਲੀਮੈਂਟ ਤੇ ਜੁਆਇੰਟ ਕਰਾਂ, ਪਿਤਾ ਜੀ ਮੈਨੂੰ ਉਹ ਮੀਟਿੰਗ ਵਿੱਚ ਆਨੰਦ ਦੇਣਾ, ਔਰ ਮੀਟਿੰਗ 'ਚ
प्रार्थना करना मसा करना और मीटिंग विच तेरी जॉय और पीस रिलीज करना मसा करना, ताकि पिता परमेश्वर जी जो भी असी बैलनेंसन की मीटिंग पार्लीमेंट च कल अटेंड करनी है और मीटिंग नूं तुहाडे हत्थां च उठानी है, कलीसिया नूं लीडरां नूं तेरे खून च छपानी आ। लॉर्ड तेरा धन्यवाद करदी हां, तेरा शुक्रगुजार करदी हां कि तू मैनूं इस लायक समझिया कि पिता मैं तुहाडे वचनां नूं कौम दे विच रिलीज कर सकां। सारी प्रार्थना जीवित परमेश्वर यीशु दे नाम च मंगदी हां, इन जीसस नेम आमीन। जे परमेश्वर की मर्जी होएगी तो असी फिर मिलांगे, क्योंकि यीशु मसीह दयालु और कृपालु परमेश्वर है। प्लीज़ मेरी फेवर हंबल रिक्वेस्ट है कि अपनी तकलीफ च परमेश्वर नूं पुकारो और तुहानूं आज़ाद करन, तुहानूं तुहाडे दुश्मनां कोलों राहत देन और तुहानूं पीस और शांति मिले। यीशु दे नाम च मंगदी हां, आमीन। गॉड ब्लेस यू।